7 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਲਟਕਦਾ ਤੁਰਿਆ ਆਉਂਦਾ। ਔਰ ਦੁੱਖ ਇਸ ਗੱਲ ਦਾ ਵਾ ਕਿ ਜਿਹੜੀ ਪਾਰਟੀ ਆਪੋਜੀਸ਼ਨ ਵਿੱਚ ਆਮ ਆਦਮੀ ਪਾਰਟੀ ਬਹੁਤ ਸ਼ੋਰ ਮਚਾਉਂਦੀ ਸੀਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 5 ਸਾਲਾਂ 'ਚ ਠੰਡੇ ਬਸਤੇ ਵਿੱਚ ਪਾ ਦਿੱਤਾ, ਜਾਣ ਕੇ ਉਹਦੇ ਤੇ ਇਨਸਾਫ ਨਹੀਂ ਦਿੱਤਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਦਾ ਪਰਿਵਾਰ ਰਲੇ ਹੋਏ ਨੇ ਔਰ ਇਹ ਬਾਦਲ ਦੀ ਹਿਫਾਜ਼ਤ ਕਰ ਰਹੇ ਨੇ। ਇੱਕ ਵਾਰ ਨਹੀਂ ਕਿਹਾ, ਸ਼ਾਇਦ ਸੈਂਕੜੇ ਵਾਰ ਇਹਨਾਂ ਨੇ ਇਹ ਗੱਲ ਕਹੀ ਹੋਵੇਗੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ, ਅਸੀਂ ਇਸ ਮਸਲੇ ਨੂੰ 24 ਘੰਟੇ ਦੇ ਵਿੱਚ ਹੱਲ ਕਰਕੇ ਦਿਖਾਵਾਂਗੇ। तो कल जी SIT की फाइनल रिपोर्ट, फाइनल याद रखियो, बेअदबियां ਨੂੰ ਲੈ ਕੇ फाइनल रिपोर्ट है। इस तो बाद ਹੁਣ ਕੋਈ ਅੱਗੇ ਜਾਂਚ ਬੇਅਦਬੀਆਂ ਦੇ ਮੁਤਲਕ ਨਹੀਂ ਰਹੇਗੀ। तो उस फाइनल रिपोर्ट ਦੇ ਵਿੱਚ ਜਿੱਥੇ ਇਹਨਾਂ ਨੇ ਕੁਝ ਇੱਧਰ ਉੱਧਰ ਹੋਰ ਕਰਕੇ ਨਾਮਜ਼ਦ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਨਾਮਜ਼ਦ ਕੀਤਾ, ਲੇਕਿਨ ਜਿਨ੍ਹਾਂ ਦੇ ਕਰਕੇ ਅਸਲ ਬੇਅਦਬੀਆਂ ਹੋਈਆਂ ਪੰਜਾਬ ਦੇ ਵਿੱਚ ਬਾਦਲ ਦੇ ਪਰਿਵਾਰ ਦੇ ਮੁਤਲਕ ਕੋਈ ਗੱਲ ਨਹੀਂ ਕੀਤੀ, ਇੱਕ ਲਫ਼ਜ਼ ਨਹੀਂ ਲਿਖਿਆ। ਉਲਟਾ ਇਹਨੂੰ ਆਪਾਂ ਇਹ ਸਮਝ ਲਓ ਕਿ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਔਰ ਬਾਦਲ ਦੇ ਮੈਂ ਇਹਨਾਂ ਨੂੰ ਅਕਾਲੀ ਦਲ ਨਹੀਂ ਕਹਿੰਦਾ, ਕਿਉਂਕਿ ਇਹ ਇੱਕ ਪਰਿਵਾਰ ਦੀ ਪੋਲਿਟਿਕਸ ਹੈ ਜਿਨ੍ਹਾਂ ਨੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਕਾਫੀ ਅਰਸੇ ਤੋਂ ਤਿਲਾਂਜਲੀ ਦਿੱਤੀ ਹੋਈ ਹੈ। ਤੇ ਇਹਨਾਂ ਨੇ ਬਾਦਲ ਦੇ ਪਰਿਵਾਰ ਨੂੰ ਸਾਦੇ ਸ਼ਬਦਾਂ 'ਚ ਕਹਾਂ ਤੇ ਕਲੀਨ ਚਿੱਟ ਦਿੱਤੀ, ਬੇਗੁਨਾਹ ਸਾਬਤ ਕਰ ਦਿੱਤਾ। ਤੇ ਆਪਾਂ ਹੁਣ ਥੋੜਾ ਜਿਹਾ ਝਾਤ ਮਾਰ ਲਈਏ ਕਿ ਬੇਅਦਬੀਆਂ ਹੋਈਆਂ ਕਿਉਂ ਤੇ ਬਹਿਬਲ ਕਲਾਂ ਦੇ ਕਤਲਾਂ ਤੱਕ ਗੱਲ ਕਿਉਂ ਪਹੁੰਚੀ। ਤੁਹਾਨੂੰ ਸਭ ਨੂੰ ਯਾਦ ਹੈ ਕਿ 2012 ਦੀ ਅਸੈਂਬਲੀ ਚੋਣ ਸੀਗੀ। ਉਸ ਚੋਣ ਦੇ ਵਿੱਚ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਧ ਦੇ ਖਿਲਾਫ 295A ਦਾ ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦਾ ਮਸਲਾ ਸੀਗਾ, ਉਹ ਬਠਿੰਡਾ ਦੀ ਸੈਸ਼ਨ ਕੋਰਟ ਦੀ ਅਦਾਲਤ ਵਿੱਚ ਚੱਲ ਰਿਹਾ ਸੀਗਾ। ਔਰ ਜਦੋਂ ਇਲੈਕਸ਼ਨ ਆਈ, ਕਿਉਂਕਿ ਬਾਦਲ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਇਹਨਾਂ ਦੀਆਂ ਬਹੁਤ ਵੋਟਾਂ ਨੇ ਡੇਰੇ ਦੀਆਂ, ਅਸੀਂ ਇਹਨਾਂ ਦੇ ਨਾਲ ਸਮਝੌਤਾ ਕਰੀਏ ਤਾਂ ਕਿ ਮਾਲਵੇ ਦੇ ਵਿੱਚ ਸਾਨੂੰ ਫਾਇਦਾ ਹੋ ਸਕੇ। ਇਹਨਾਂ ਨੇ ਇਲੈਕਸ਼ਨ ਤੋਂ ਐਨ ਪਹਿਲਾਂ, ਸਰਕਾਰ ਵੀ ਅਕਾਲੀ ਦਲ ਦੀ ਸੀ, ਬਾਦਲ ਦਲ ਦੀ ਸੀਗੀ, ਇਹਨਾਂ ਨੇ ਐਨ ਪਹਿਲਾਂ ਉਥੇ ਅਰਜ਼ੀ ਦੇ ਕੇ ਉਸ ਨੂੰ ਕੇਸ ਨੂੰ ਵਿਡਰਾਅ ਕਰ ਲਿਆ। ਉਸਨੇ ਸਾਰਾ ਜਿਹੜਾ ਬਣਿਆ ਹੋਇਆ ਇੱਕ ਮੁਕੱਦਮਾ ਸੀਗਾ ਉਹਦੇ ਖਿਲਾਫ ਉਸ ਨੂੰ ਢਹਿ ਢੇਰੀ ਕਰ ਦਿੱਤਾ। ਔਰ ਵੋਟਾਂ ਵੀ ਪਈਆਂ 2012 ਦੇ ਅੰਕੜੇ ਕੱਢ ਕੇ ਦੇਖ ਲਓ, ਅਕਾਲੀ ਦਲ ਨੂੰ ਫੇਅਰਲੀ, ਬਾਦਲ ਪਰਿਵਾਰ ਨੂੰ ਫੇਅਰਲੀ ਵੱਡਾ ਸ਼ੇਅਰ ਵੋਟ ਦਾ ਡੇਰੇ ਦਾ ਤਬਦੀਲ ਵੀ ਹੋਇਆ। ਇੱਥੇ ਬਸ ਨਹੀਂ, ਫਿਰ ਇਹਨਾਂ ਨੇ ਡੇਰਾ ਸੱਚਾ ਸੌਦਾ ਦੀ ਮਦਦ ਵਾਸਤੇ ਇੱਕ ਚਿੱਠੀ ਜਨਰੇਟ ਕਰਾਈ ਔਰ ਉਹ ਚਿੱਠੀ ਸ਼ਾਇਦ ਹਿੰਦੀ ਵਿੱਚ ਸੀਗੀ, ਅਕਾਲ ਤਖਤ ਦੇ ਜਥੇਦਾਰ ਤੱਕ ਪਹੁੰਚਾਈ ਗਈ। ਫਿਰ ਅਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਚੋਂ ਜਿਹੜੀ ਪੋਸ਼ਾਕ ਦੀ ਤੁਲਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ, ਕਿ ਇਹਨੂੰ ਤੂੰ ਉੱਥੋਂ ਮਾਫ ਕਰ ਦੇ, ਮਾਫੀਨਾਮਾ ਦੇ ਦੇ। ਇਹ ਪਹਿਲੀ ਵਾਰ ਹੋਇਆ ਉਦੋਂ ਅਕਾਲ ਤਖਤ ਸਾਹਿਬ ਤੇ ਕਿ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਤੋਂ ਪਹਿਲਾਂ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੇ ਕਹਿਣ ਦੇ ਉੱਤੇ ਵਿਡਰਾਅ ਕਰ ਲਿਆ। ਬਹੁਤ ਸ਼ੋਰ ਮਚਿਆ ਦੁਨੀਆ ਭਰ ਦੇ ਵਿੱਚ ਤੇ ਉਹ ਜਿਹੜਾ ਹੁਕਮਨਾਮਾ ਸੀਗਾ ਉਹਨਾਂ ਨੂੰ ਰੱਦ ਕਰਨਾ ਪਿਆ। ਉਹ ਇੱਕ ਹੋਰ ਬਹੁਤ ਵੱਡੀ ਗਲਤੀ ਕੀਤੀ, ਅਵਗਿਆ ਕੀਤੀ, ਮਰਿਆਦਾ ਦੀ ਕਹਿ ਲਓ ਜਾਂ ਅਕਾਲ ਤਖਤ ਸਾਹਿਬ ਦੀ ਕਹਿ ਲਓ। ਇੱਥੇ ਬਸ ਨਹੀਂ, ਫਿਰ ਇਹਨਾਂ ਨੇ ਉਸ ਵਕਤ ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ, ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਤੈਅ ਹੈਗਾ, ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਇਹ ਸਾਰਾ ਮਾਫੀਨਾਮੇ ਦਾ ਘਟਨਾਕ੍ਰਮ ਇੱਕ ਸਾਜ਼ਿਸ਼ ਰਚੀ ਸੀਗੀ ਕਿ ਆਪਾਂ ਇਹਨੂੰ ਮਾਫ ਕਰਵਾਉਣਾ ਵਾ। ਔਰ ਠੀਕ ਇਹ ਗੱਲਾਂ ਸਾਰੀਆਂ ਜਦੋਂ ਹੋ ਰਹੀਆਂ ਨੇ ਲਗਭਗ 2014 ਦੇ ਨੇੜੇ ਤੇੜੇ, ਤੇ 2015 ਦੇ ਵਿੱਚ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਉਹਨਾਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ। ਜਿਹੜੇ ਗੁਨਾਹਗਾਰ ਲੋਕ ਸੀਗੇ ਕਿ ਸਾਨੂੰ ਕੌਣ ਰੋਕਣ ਵਾਲਾ, ਸਰਕਾਰ ਵੀ ਸਾਡੇ ਨਾਲ ਆ, ਬਾਦਲ ਦੀ ਪਰਿਵਾਰ ਵੀ ਨਾਲ ਹੈ ਤੇ ਪਾਰਟੀ ਵੀ ਨਾਲ ਹੈ ਤੇ ਸਰਕਾਰ ਵੀ ਨਾਲ ਹੈ। ਤੇ ਚਾਹੇ ਉਹ ਫਿਰ ਮਲਕੇ ਪਿੰਡ ਵਿੱਚ ਆ, ਬਰਗਾੜੀ ਵਿੱਚ ਹੈ, ਬੁਰਜ ਜਵਾਹਰ ਸਿੰਘ ਵਾਲੇ ਵਿੱਚ ਆ, ਉਹ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ। ਕੁਝ ਗੱਲਾਂ ਮੈਂ ਤੁਹਾਨੂੰ ਥੋੜਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹਦੇ ਮੁਤਲਕ ਸਹੀ ਤੱਥ ਹੋਰ ਨਵੇਂ ਪੇਸ਼ ਕਰਾਂਗਾ, ਪਰ ਲੇਕਿਨ ਹਲੇ ਫਿਲਹਾਲ ਆਪਾਂ ਜਿਹੜੇ ਤੱਥ ਅਵੇਲੇਬਲ ਨੇ ਉਹਦੇ ਤੇ ਆਪਾਂ ਗੱਲ ਕਰ ਲਈਏ ਕਿ ਇਹਨਾਂ ਨੇ ਬੇਅਦਬੀਆਂ ਦੇ ਮਸਲੇ ਤੇ ਕੁਝ ਨਹੀਂ ਕੀਤਾ। ਉਸ ਵਕਤ ਉਹਨੂੰ ਬਹੁਤ ਲਾਈਟਲੀ ਲਿਆ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਨੇ, ਵੀ ਇਹ ਤਾਂ ਕੋਈ ਗੱਲ ਨਹੀਂ, ਰੂਟੀਨ ਹੈਗੀ ਆ, ਸਰਕਾਰ ਸਾਡੀ ਆ। ਗੱਲ ਵੱਧਦੀ ਕੋਟਕਪੂਰੇ ਦੇ ਵਿੱਚ ਮੋਰਚਾ ਲੱਗ ਗਿਆ ਔਰ ਫਿਰ ਜਿਹੜਾ 15 ਅਕਤੂਬਰ ਦੀ ਤੜਕੇ ਗੋਲੀ ਚੱਲੀ, ਜਿਹਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਵਿੱਚ ਸੁਮੇਧ ਸਿੰਘ ਸੈਣੀ DGP ਨੇ ਇਹ ਮੰਨਿਆ ਵਾ ਕਿ ਮੈਨੂੰ ਉਦੋਂ ਤੜਕੇ ਦੀ ਸਵੇਰ 2 ਵਜੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਦਾ ਮੈਨੂੰ ਫੋਨ ਆਇਆ। ਇਹ ਹਲਫੀਆ ਬਿਆਨ ਦਾਇਰ ਕੀਤਾ ਹੋਇਆ ਉਸਨੇ। ਹੁਣ ਚੀਫ ਮਿਨਿਸਟਰ ਨਾਰਮਲ ਕੋਰਸ ਵਿੱਚ 2 ਵਜੇ ਤੜਕੇ ਕਿਸੇ ਅਫਸਰ ਨੂੰ ਫੋਨ ਤਾਂ ਕਰਦਾ ਨਹੀਂਗਾ। ਔਰ ਉਦੋਂ ਹੀ ਸਵੇਰੇ ਤੜਕੇ 15 ਅਕਤੂਬਰ
14 ਅਕਤੂਬਰ 2015 ਚ ਪਹਿਲਾਂ ਕੋਟਕਪੂਰੇ ਗੋਲੀ ਚੱਲਦੀ ਆ ਤੇ ਘੰਟੇ ਕੁ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਜਿਹੜੇ ਲੋਕੀ ਸ਼ਾਂਤਮਈ ਢੰਗ ਦੇ ਨਾਲ ਸ਼ਬਦ ਕੀਰਤਨ ਕਰ ਰਹੇ ਸੀਗੇ ਉੱਥੇ ਜਾ ਕੇ 2 ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ। ਔਰ ਇਸ ਤੋਂ ਪਹਿਲਾਂ ਜਦੋਂ ਬੇਅਦਬੀਆਂ ਦਾ ਪ੍ਰੈਸ਼ਰ ਵਧਣ ਲੱਗ ਗਿਆ, ਜਦੋਂ ਰੌਲਾ ਪੈਣ ਲੱਗ ਗਿਆ ਇਹਦੇ ਅੱਗੇ ਪਿੱਛੇ, ਤੇ ਤੁਹਾਨੂੰ ਯਾਦ ਹੋਵੇਗਾ ਕਿ 2 ਅੰਮ੍ਰਿਤਧਾਰੀ ਗੁਰਸਿੱਖ ਰੁਪਿੰਦਰ ਤੇ ਜਸਵਿੰਦਰ 2 ਸਕੇ ਭਰਾ ਸੀਗੇ ਪੰਜਗਰਾਈ ਪਿੰਡ ਦੇ। ਪੁਲਿਸ ਨੇ ਆਪਣੀਆਂ ਕਮਜ਼ੋਰੀਆਂ ਉਣਤਾਈਆਂ ਲੁਕਾਉਣ ਵਾਸਤੇ ਉਹਨਾਂ 2 ਭਰਾਵਾਂ ਨੂੰ ਬੇਤਹਾਸ਼ਾ ਟੌਰਚਰ ਕੀਤਾ, ਉਹਨੂੰ 3rd ਡਿਗਰੀ ਟੌਰਚਰ ਕੀਤਾ ਕਹਿੰਦੇ ਨੇ। ਔਰ ਉਹਨਾਂ ਨੂੰ ਧੱਕੇ ਨਾਲ ਮਨਾਇਆ ਪੁਲਿਸ ਨੇ ਕਿ ਬੇਅਦਬੀਆਂ ਪੰਜਾਬ ਦੇ ਵਿੱਚ ਜਿਹੜੀਆਂ ਸੀ ਉਹ ਅਸੀਂ ਕੀਤੀਆਂ। ਸਾਰੀ ਦੁਨੀਆ 'ਚ ਜਦੋਂ ਇਹਦਾ ਵਿਰੋਧ ਹੋਇਆ ਤੇ ਜਦੋਂ ਸੱਚ ਸਾਹਮਣੇ ਆਇਆ, ਔਰ ਇਹ ਜਸਵਿੰਦਰ ਤੇ ਰੁਪਿੰਦਰ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਪੁਲਿਸ ਹੈੱਡਕੁਆਰਟਰਸ ਵਿੱਚ ਉਹਨਾਂ ਦਿਨਾਂ ਦੇ ਵਿੱਚ, ਤੇ ਬਾਅਦ ਵਿੱਚ ਇਹਨਾਂ ਨੂੰ ਮਾਫੀ ਮੰਗਣੀ ਪਈ ਕਿ ਇਹ ਲੋਕ, ਇਹ ਜਿਹੜੇ ਦੋਨੇ ਭਰਾ ਸੀਗੇ ਇਹ ਬੇਗੁਨਾਹ ਸੀਗੇ। ਤਾਂ ਦੋਸਤੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਕਿ ਇੰਨੇ ਤੱਥ ਇਹਨਾਂ ਦੇ ਖਿਲਾਫ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਰਿਪੋਰਟ ਦੇ ਵਿੱਚ ਇਹ ਬਾਈ ਨੇਮ ਨੇ, ਪ੍ਰਕਾਸ਼ ਸਿੰਘ ਬਾਦਲ ਔਰ ਸੁਮੇਧ ਸਿੰਘ ਸੈਣੀ ਅਤੇ ਹੋਰ ਸਾਰੇ ਜਿਹੜੇ ਮੁਜਰਮ ਸੀਗੇ, ਲੇਕਿਨ ਇਹਨਾਂ ਦੇ ਖਿਲਾਫ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਛਾ, ਜਿਨ੍ਹਾਂ ਨੇ ਨਹੀਂ ਕੀਤੀ, ਅਗਰ ਬਾਦਲ ਦੇ ਪਰਿਵਾਰ ਨੇ ਨਹੀਂ ਕੀਤੀ ਤਾਂ ਅੱਜ ਉਹ ਹਾਸ਼ੀਏ ਤੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਹਾਰ ਹੋਈ ਉਹਨਾਂ ਦੀ। ਔਰ ਜੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੀ ਤੇ ਉਹ ਵੀ ਹਾਸ਼ੀਏ ਤੇ ਨੇ। ਉਹਨਾਂ ਨੇ ਪਾਰਟੀ ਬਣਾਈ, ਇਲੈਕਸ਼ਨ ਲੜੀ, ਕੁਝ ਨਹੀਂ ਲੱਭਾ ਉਹਨਾਂ ਨੂੰ, ਕਿਉਂਕਿ ਆਫਟਰ ਆਲ ਜਿਹੜਾ ਸਾਡਾ ਪੰਜਾਬ ਆ ਉਹ ਵਸਦਾ ਹੀ ਗੁਰਾਂ ਦੇ ਨਾਮ ਤੇ ਆ। ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮਿਲੇਗਾ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਤੁਹਾਨੂੰ, ਮੈਨੂੰ ਜਾਂ ਕਿਸੇ ਹੋਰ ਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਤਾਂ ਲੋਕਾਂ ਨੇ ਇੱਕ ਵਾਰੀ ਫਿਰ ਉਮੀਦ ਜਤਾਈ ਕਿ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਸਰਕਾਰ ਬਣਾਉਣਗੇ, ਇਹ ਸਾਨੂੰ ਇਨਸਾਫ ਜ਼ਰੂਰ ਲੈ ਕੇ ਦੇਣਗੇ। ਲੇਕਿਨ ਜਿਹੜਾ ਕੱਲ ਕੁਝ ਜਥੇਬੰਦੀਆਂ ਨੂੰ ਸੱਦ ਕੇ ਸਾਰਾ ਮੈਨੀਪੂਲੇਟਡ ਸੀਗਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮੋਰਚੇ ਨੂੰ ਮੈਨੀਪੂਲੇਟ ਕਰਕੇ ਮੋਰਚਾ ਚਕਾ ਦਿੱਤਾ ਸੀ, ਐਨ ਉਸ ਦੀ ਤਰਜ਼ ਤੇ ਕੱਲ ਭਗਵੰਤ ਸਿੰਘ ਮਾਨ ਨੇ ਕੁਝ ਬੰਦਿਆਂ ਨੂੰ ਬੁਲਾ ਕੇ ਤੇ ਇਹ ਦੱਸਣ ਦਾ ਕੋਸ਼ਿਸ਼ ਕੀਤੀ ਕਿ ਅਸੀਂ ਬੇਅਦਬੀਆਂ ਦਾ ਮਸਲਾ ਹੱਲ ਕੀਤਾ। ਤਾਂ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਬਾਦਲ ਪਰਿਵਾਰ ਨਿਰਦੋਸ਼ ਨੇ, ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ, ਗੋਲੀ ਆਪਣੇ ਆਪ ਚੱਲ ਗਈ, ਕੋਟਕਪੂਰੇ ਬਜ਼ੁਰਗਾਂ ਤੇ ਔਰਤਾਂ ਤੇ ਲਾਠੀਆਂ ਵੱਜੀਆਂ, ਉਹ ਕਿਹਦੇ ਹੁਕਮ ਦੇ ਨਾਲ ਵੱਜੀਆਂ? ਅਜੀਤ ਸਿੰਘ ਦੇ ਉਹਦੇ ਚੂਲੇ ਵਿੱਚ ਗੋਲੀ ਵੱਜੀ, ਉਹ ਕਿਹਦੇ ਹੁਕਮ ਦੇ ਨਾਲ ਵੱਜੀ? ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਉੱਥੇ ਚੌਂਕ ਦੇ ਵਿੱਚ। ਸਾਰੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਉਹ ਫਿਰ ਕਿਸ ਨੇ ਚਲਾਈ ਸੀ ਗੋਲੀ? ਤੇ ਜਿਹੜੀਆਂ ਬੇਅਦਬੀਆਂ ਦੇ ਜਿਹੜੇ ਇਨਸੀਡੈਂਟ, ਬੇਅਦਬੀਆਂ ਕਿਉਂ ਹੋਈਆਂ, ਸਰਕਾਰ ਕਿਹਦੀ ਸੀਗੀ? 2015 ਚ ਬੇਅਦਬੀਆਂ ਹੋ ਰਹੀਆਂ, 2017 ਤੱਕ 2 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਇਹ ਕੋਈ ਜ਼ਿੰਮੇਵਾਰ ਨਹੀਂ ਸੀਗੇ। ਇਹਦਾ ਮਤਲਬ ਤੁਹਾਡੀ ਨਿਗਾਹ ਦੇ ਵਿੱਚ ਕੇਜਰੀਵਾਲ ਸਾਹਿਬ ਅਤੇ ਭਗਵੰਤ ਸਿੰਘ ਮਾਨ, ਤੁਹਾਡੀ ਨਿਗਾਹ ਦੇ ਵਿੱਚ ਹੁਣ ਇਹ ਬੇਗੁਨਾਹ ਨੇ ਬੰਦੇ, ਸਾਰਾ ਪਰਿਵਾਰ। ਤੇ ਫਿਰ ਆਪਾਂ ਕਿਉਂ ਕਹਿੰਦੇ ਸੀ ਇਹਨਾਂ ਨੂੰ ਕਿ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਬਚਾ ਰਿਹਾ? ਮੇਰਾ ਅੱਜ ਮੰਨਣਾ ਵਾ ਕਿ ਅਸਲ ਵਿੱਚ ਕੇਜਰੀਵਾਲ ਦੀ ਜਿਹੜੀ ਪਾਰਟੀ ਹੈ ਇਹ ਬੀਜੇਪੀ ਦੀ ਬੀ ਟੀਮ ਹੈ। ਮੈਂ ਗਲਤ ਨਹੀਂ, ਸ਼ਾਇਦ ਮੈਂ ਗਲਤ ਸਾਬਤ ਹੋ ਜਾਵਾਂ, ਲੇਕਿਨ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਇਹ ਵੋਟ ਪਾਉਣਗੇ ਬੀਜੇਪੀ ਦੇ ਉਮੀਦਵਾਰ ਨੂੰ। ਕੋਈ ਬਹਾਨਾ ਕਰਨ, ਦੇਸ਼ ਵਿੱਚ ਇੰਨਾ ਤਸ਼ੱਦਦ ਹੋ ਰਿਹਾ, ਘੱਟ ਗਿਣਤੀਆਂ ਤੇ ਬੁਲਡੋਜ਼ਰ ਪੋਲਿਟਿਕਸ ਚੱਲੀ, ਲੇਕਿਨ ਕੇਜਰੀਵਾਲ ਸਾਹਿਬ ਨੇ ਕਦੀ ਦਿੱਲੀ 'ਚ ਹਾਂ ਦਾ ਨਾਰਾ ਨਹੀਂ ਮਾਰਿਆ। ਪ੍ਰਯਾਗਰਾਜ ਦੇ ਵਿੱਚ ਘਰ ਢਾਏ ਗਏ। ਹੁਣ ਇੱਕ ਬਹੁਤ ਵੱਡਾ ਜਰਨਲਿਸਟ ਵਿਸਲ ਬਲੋਅਰ ਜ਼ੁਬੇਰ, ਉਸ ਨੂੰ ਅਰੈਸਟ ਕੀਤਾ ਹੋਇਆ, ਲੇਕਿਨ ਕੇਜਰੀਵਾਲ ਸਾਹਿਬ ਦੇ ਮੂੰਹੋਂ ਕਦੀ ਕੋਈ ਉਹਦੀ ਨਿਕਲੀ ਨਹੀਂ ਗਈ ਕਿ ਹਾਂ ਮੈਂ ਇਹਦੀ ਨਿਖੇਧੀ ਕਰਦਾ ਹਾਂ। ਸੌਫਟ ਹਿੰਦੂਤਵਾਦੀ ਵੋਟ ਬੈਂਕ ਨੂੰ ਟਾਰਗੇਟ ਕਰਕੇ ਕੇਜਰੀਵਾਲ ਬੀਜੇਪੀ ਦੀ ਨੀਤੀਆਂ ਨੂੰ ਅਪਣਾ ਰਹੇ ਨੇ। ਔਰ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ, ਜਿਹੜੇ ਰਾਜ ਸਭਾ ਦੇ ਮੈਂਬਰਸ ਬਣਾਏ ਤੁਹਾਡੇ ਸਾਹਮਣੇ, ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ। ਕੋਈ ਬੋਲਦਾ ਰਾਜ ਸਭਾ ਦਾ ਮੈਂਬਰ ਮੱਤੇਵਾੜਾ ਦੇ ਹੱਕ ਵਿੱਚ? ਕੋਈ ਬੋਲਿਆ ਜੋ ਸਾਡੇ ਨਾਲ ਅਨਿਆਏ ਹੋ ਰਿਹਾ, ਬੀਬੀਐਮਬੀ ਔਰ ਸਾਡੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਗਿਆ, ਚੰਡੀਗੜ੍ਹ ਦੇ ਸਾਰੇ EMPLOYEES ਨੂੰ ਉਹਨਾਂ ਨੇ ਆਪਣੇ ਅਧੀਨ ਕਰ ਲਿਆ, ਕੋਈ ਰਾਜ ਸਭਾ ਦਾ ਮੈਂਬਰ ਬੋਲਿਆ ਇਹਨਾਂ ਦਾ? ਸੋ ਮੈਨੂੰ ਤਾਂ ਪੂਰਨ ਪਹਿਲਾਂ, ਇਸ ਕਰਕੇ ਮੈਂ ਇਹ ਫੈਸਲਾ ਹੁਣ ਲੋਕਾਂ 'ਚ ਰਹੇਗਾ। ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਰਗਾੜੀ ਫਿਰ ਜਾਊਂਗਾ, ਉੱਥੇ ਸੁਖਰਾਜ ਸਿੰਘ ਬੈਠਾ ਵਾ, ਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਉਹਦਾ ਬੇਟਾ ਬੈਠਾ ਜਿਹੜਾ ਮਾਰਿਆ ਗਿਆ ਸੀਗਾ 2 ਬਾਈਬਲ ਕਲਾਂ 'ਚ, ਗੁਰਜੀਤ ਸਿੰਘ, ਤੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਅੱਜ ਵੀ ਉੱਥੇ ਬਰਗਾੜੀ ਵਿਖੇ ਮੋਰਚਾ ਲਾ ਕੇ ਬੈਠੇ ਨੇ। ਆਪਾਂ ਉੱਥੇ ਵੀ ਜਾਣਾ ਵਾ ਔਰ ਇਸ ਮਸਲੇ ਨੂੰ ਉਦੋਂ ਤੱਕ ਚੱਕੀ ਆਉਣਾ। ਮੈਨੂੰ ਪਤਾ ਵਾ ਕਿ ਇਨਸਾਫ ਛੇਤੀ ਮਿਲਣਾ ਨਹੀਂਗਾ। ਤੁਸੀਂ ਦੇਖ ਲਓ ਕਈ ਗੱਲਾਂ ਦਾ ਪੰਜਾਬ ਦੇ ਨਾਲ ਜੋ ਡਿਸਕ੍ਰਿਮੀਨੇਸ਼ਨ ਹੋਈ, ਉਹ ਕਈ ਦਹਾਕੇ ਲੰਘ ਚੱਲੇ ਨੇ, ਲੇਕਿਨ ਉਹਦਾ ਇਨਸਾਫ ਨਹੀਂ ਮਿਲਿਆ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਲੜਾਈ ਤੇ ਜਦੋਜਹਿਦ ਤੇ ਚਾਰਾਜੋਈ ਛੱਡ ਦੇਣੀ। ਆਪਾਂ ਲੜਨਾ ਸਭ ਨੇ। ਆਉਣ ਵਾਲੇ ਸਮੇਂ 'ਚ ਇਸ ਨੂੰ ਆਪਾਂ ਫਿਰ ਅੱਗੇ ਲੈ ਕੇ ਚੱਲਾਂਗੇ
ਔਰ ਉਦਣ ਤੱਕ ਲੜਾਂਗੇ ਜਿੱਦਣ ਤੱਕ ਸਹੀ ਮੁਜਰਮ, ਚਾਹੇ ਉਹ ਕੋਈ ਡੀਜੀਪੀ ਸੀ ਤੇ ਚਾਹੇ ਉਹ ਕੋਈ ਚੀਫ ਮਿਨਿਸਟਰ ਸੀ ਤੇ ਚਾਹੇ ਉਹ ਕੋਈ ਵੱਡੇ ਤੋਂ ਵੱਡਾ ਲਾਟ ਸਾਹਿਬ ਹੋਵੇ, ਉਹਨੂੰ ਜਦ ਤੱਕ ਇਹ ਸਜ਼ਾ ਨਹੀਂ ਦੇਣਗੇ ਉਦੋਂ ਤੱਕ ਇਹ ਮਸਲਾ ਬਰਕਰਾਰ ਰਹੇਗਾ। ਔਰ ਵਿਧਾਨ ਸਭਾ 'ਚ ਮੈਂ ਉਠਾਇਆ ਇਸ ਮਸਲੇ ਨੂੰ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਇਹਨਾਂ ਦੇ ਆਪਣੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਠਾਇਆ, ਉਸਨੇ ਬਹਿਸ ਲਿੱਤੀ, ਮੰਗਿਆ ਕਿ 30 ਮਿੰਟ ਹੀ ਦੇ ਦਿਓ, ਉਸ ਨੂੰ ਉਦਣ 30 ਮਿੰਟ ਨਹੀਂ ਦਿੱਤੇ ਤੇ ਵਿਧਾਨ ਸਭਾ ਦੇ ਸੈਸ਼ਨ ਖਤਮ ਹੋਣ ਤੋਂ ਬਾਅਦ ਰਿਪੋਰਟ ਪੇਸ਼ ਕਰ ਦਿੱਤੀ। ਇਹਦਾ ਮਤਲਬ ਇਹਨਾਂ ਨੂੰ ਪਤਾ ਸੀਗਾ ਕਿ ਰਿਪੋਰਟ ਤਿਆਰ ਹੈ, ਇਹਨਾਂ ਨੂੰ ਪਤਾ ਸੀਗਾ ਕਿ ਬਾਦਲ ਦੇ ਪਰਿਵਾਰ ਵਗੈਰਾ ਨਾਮਜ਼ਦ ਨਹੀਂ ਹੋ ਰਹੇ। ਜੇ ਅਸੀਂ ਰਿਪੋਰਟ ਵਿਧਾਨ ਸਭਾ ਦੇ ਸਦਨ ਦੇ ਮੇਜ਼ ਦੇ ਉੱਤੇ ਰੱਖ ਦਿੱਤੀ ਤੇ ਸਾਡੇ ਤਾਂ ਤੋਤੇ ਉੱਡ ਜਾਣਗੇ, ਸਾਡਾ ਜਿਹੜਾ ਚਿਹਰਾ ਉਹ ਬੇਨਕਾਬ ਹੋ ਜਾਵੇਗਾ। ਇਹਨਾਂ ਨੇ ਵਿਧਾਨ ਸਭਾ ਤੋਂ ਗੱਲ ਛੁਪਾਈ ਹੈ। ਨਾਰਮਲ ਕੋਰਸ ਵਿੱਚ ਜਦੋਂ ਪਾਰਲੀਮੈਂਟ ਵਿਧਾਨ ਸਭਾ ਚੱਲਦੀ ਹੁੰਦੀ ਹੈ, ਜਿਹੜੀਆਂ ਵੀ ਕੋਈ ਇੰਪੋਰਟੈਂਟ ਰਿਪੋਰਟਸ ਨੇ ਉਹ ਉੱਥੇ ਟੇਬਲ ਕੀਤੀਆਂ ਜਾਂਦੀਆਂ, ਲੇਕਿਨ ਉੱਥੇ ਨਹੀਂ ਟੇਬਲ ਕੀਤੀਆਂ। ਇਹਨਾਂ ਦੇ ਆਪਣੇ ਐਮਐਲਏ ਨੇ ਇਸ ਗੱਲ ਦੇ ਉੱਤੇ ਰੋਸ ਤੇ ਵਿਰੋਧ ਕੀਤਾ ਤੇ ਇਹਨਾਂ ਨੇ ਬਹਿਸ ਵਾਸਤੇ ਉੱਥੇ ਟਾਈਮ ਨਹੀਂ ਦਿੱਤਾ। ਸੋ ਮੇਰਾ ਤਾਂ ਇਹ ਮੰਨਣਾ ਵਾ ਕਿ ਇਹ ਜਾਣ ਬੁੱਝ ਕੇ ਇਹਨਾਂ ਨੇ ਰਾਹ ਦਿੱਤਾ, ਸੇਫ ਪੈਸੇਜ ਦਿੱਤਾ ਬਾਦਲ ਪਰਿਵਾਰ ਨੂੰ ਇੱਕ ਏਡੇ ਵੱਡੇ ਗੁਨਾਹ ਦਾ। ਤੇ ਫਿਰ ਜਦੋਂ ਏਡਾ ਵੱਡਾ ਗੁਨਾਹ ਕੋਈ ਕਰਦਾ, ਠੀਕ ਹੈ ਤੁਸੀਂ ਇੱਥੋਂ ਅਦਾਲਤਾਂ ਚੋਂ ਬਚਾ ਲਓਗੇ, ਇੱਥੇ ਮੈਨ ਮੇਡ ਕੋਰਟਸ ਚੋਂ ਬਚਾ ਲਓਗੇ, ਲੇਕਿਨ ਉਸ ਵਾਹਿਗੁਰੂ ਦੀ ਅਦਾਲਤ ਵਿੱਚੋਂ ਯਕੀਨ ਰੱਖਣਾ ਕਿ ਜਿਨ੍ਹਾਂ ਵੀ ਲੋਕਾਂ ਨੇ ਕੋਈ ਗਲਤ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਕੁਦਰਤ ਦਾ ਨਿਯਮ ਹੈ। ਤਾਂ ਮੈਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਕਿ ਜਿੱਥੇ ਵੀ ਤੁਸੀਂ ਲੋਕ ਬੈਠੇ ਹੋ, ਜਿਹੜੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਜੁੜੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਨਾਲ, ਇਨਸਾਨੀਅਤ ਦੇ ਨਾਲ, ਸੇਵਾ ਭਾਵਨਾ ਦੇ ਨਾਲ, ਆਪਾਂ ਸਭ ਨੇ ਇਸ ਨੂੰ ਆਉਣ ਵਾਲੇ ਸਮੇਂ 'ਚ ਅਲਾਈਵ ਰੱਖਣਾ, ਇਸ ਇਸ਼ੂ ਨੂੰ ਅਤੇ ਲੜਦੇ ਭਿੜਦੇ ਰਹਿਣਾ। ਤੁਹਾਡਾ ਸਾਰਿਆਂ ਦਾ ਅੱਜ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ।